ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੇਗ ਬਹਾਦਰ ਸਿਮਰੈ, ਕਰਨੋ ਨਿਦ ਆਵੇ ਸਾਈ। ਸਭ ਥਾਈ ਹੋਏ ਸਹਾਈ। ਪ੍ਰਗਟੀ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਬੀ ਚਾਦਰ। ਇਹ ਜਿਹੜੇ ਅੱਖਰ ਨੇ, ਇਹ ਜਿਹੜੇ ਕਵੀ ਨੇ ਲਿਖੇ ਸੀ ਉਹ ਇਹ ਲਾਈਨ ਨੇ। ਉਸ ਤੋਂ ਬਾਅਦ ਜਿਹੜੀ ਪੰਕਤੀ ਅਸੀਂ ਬਣਾਤੀ ਹੈ ਉਹ ਹੈਗੀ ਹਿੰਦ ਦੀ ਚਾਦਰ। ਤੇਗ ਬਹਾਦਰ ਹਿੰਦ ਦੀ ਚਾਦਰ। ਪਰ ਫਿਰ ਵੀ ਕੁਝ ਅਰਸਾ ਪਹਿਲੇ ਜਦੋਂ ਇਹ ਪੰਕਤੀ ਜ਼ਿਆਦਾ ਪ੍ਰਚਲਿਤ ਹੋਈ ਤੇ ਹਿੰਦੁਸਤਾਨ ਇੱਕ ਵੱਡਾ ਮੁਲਕ ਸੀ, ਕਾਫੀ ਦੂਰ ਦੂਰ ਤੱਕ ਫੈਲਿਆ ਹੋਇਆ। ਪਰ ਕਵੀ ਰਾਜ ਦੀ ਜਿਹੜੀ ਪੰਕਤੀ ਹੈ ਉਹ ਹੈ ਕਿ ਪ੍ਰਗਟੇ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਬੀ ਚਾਦਰ। ਉਹਨਾਂ ਨੇ ਕਿਹਾ ਵੀ ਸਾਰੀ ਸ੍ਰਿਸ਼ਟੀ ਤੇ, ਕੋਈ ਇੱਕ ਖੇਤਰ, ਰਾਜਨੀਤਿਕ ਖੇਤਰ ਤੇ ਨਹੀਂ ਜਾਂ ਕਿਸੇ ਇੱਕ ਧਰਮ ਤੇ ਨਹੀਂ, ਸਾਰੀ ਹੀ ਸ੍ਰਿਸ਼ਟੀ ਤੇ ਮਹਾਰਾਜ ਨੇ ਚਾਦਰ ਜਿਹੜੀ ਹੈ ਉਹ ਪਾਈ ਹੈ। ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਉਹ ਸਾਰੀ ਸ੍ਰਿਸ਼ਟੀ ਤੇ ਕੀਤੀ ਹੈ, ਇੱਕ ਖੇਤਰ ਤੇ ਨਹੀਂ ਕੀਤੀ। ਕਹਿਣ ਤੋਂ ਭਾਵ ਹੈ ਕਿ ਅੱਜ ਤੇ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦਾ ਮੁਲਕ ਜਿਹੜਾ ਛੋਟਾ ਹੁੰਦਾ ਜਾ ਰਿਹਾ ਹੈ, ਕਿੰਨੇ ਹੀ ਦੇਸ਼ ਵਿੱਚੋਂ ਨਿਕਲ ਗਏ। ਜਦੋਂ ਵੀ ਅਸੀਂ ਬੋਲੀਏ ਤੇ ਕੀਰਤਨ ਰੂਪ ਵਿੱਚ ਜਾਂ ਮਹਾਰਾਜ ਦੀ ਉਸਤਤ ਵਿੱਚ ਜਦੋਂ ਇਸ਼ਤਿਹਾਰ ਲੱਗਦੇ ਨੇ ਉਹਦਾ ਵਿੱਚ ਵੀ ਲਿਖਿਆ ਜਾਂਦਾ ਹੈ, ਤੇ ਇਸ ਗੱਲ ਨੂੰ ਧਿਆਨ ਰੱਖੀਏ ਜਿਹੜੀ ਅਸਲ ਪੰਕਤੀ ਹੈ ਉਹ ਸਗਲ ਸ੍ਰਿਸ਼ਟ ਪੈ ਢਾਬੀ ਚਾਦਰ ਵਾਲੀ। ਮਹਾਰਾਜ ਕਿਰਪਾ ਕਰਨ, ਮਹਾਰਾਜ ਦੇ ਜੋ ਉਸਤਤ ਕਰ ਰਹੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਕੋਈ ਸਿਫਤ ਦਾ ਅੰਤ ਹੋ ਹੀ ਨਹੀਂ ਸਕਦਾ। ਜਿੰਨੇ ਦਿਨ ਮਰਜ਼ੀ ਹੈ ਦੀਵਾਨ ਸਜਾਉਂਦੇ ਰਹੀਏ, ਸਿਫਤ ਗਾਉਂਦੇ ਰਹੀਏ, ਮਹਾਰਾਜ ਦੀ ਸਿਫਤ ਨਹੀਂ ਮੁੱਕਣੀ। ਸਾਡੇ ਕੋਲੋਂ ਅੱਖਰ ਮੁੱਕ ਜਾਣੇ ਨੇ, ਉਹ ਸਾਨੂੰ ਕਹਿਣਾ ਨਹੀਂ ਆਉਣਾ। ਸਾਡੀ ਉਹ ਅਵਸਥਾ ਨਹੀਂ ਹੈ ਕਿ ਅਸੀਂ ਸਿਫਤ ਬਿਆਨ ਕਰ ਸਕੀਏ। ਸਾਡੇ ਕੋਲੋਂ ਕਿਹਾ ਨਹੀਂ ਜਾਣਾ, ਪਰ ਸਿਫਤ ਐ ਨਹੀਂ ਕਿ ਸਿਫਤ ਮੁੱਕ ਜਾਣੀ ਹੈ, ਸਿਫਤ ਨਹੀਂ ਮੁੱਕਣੀ ਮਹਾਰਾਜ ਦੀ। ਮਹਾਰਾਜ ਜਦੋਂ ਹੁਣ ਆਖਰੀ ਰਾਤ ਤੇ, ਅਸੀਂ ਉਸ ਆਖਰੀ ਰਾਤ ਤੋਂ ਸਵੇਰ ਚੜ੍ਹਨ ਤੋਂ ਪਹਿਲੇ, ਸ਼ਹੀਦੀ ਤੋਂ ਪਹਿਲੇ ਮਹਾਰਾਜ ਦੀ ਸਿਫਤਾਂ ਵੱਲ ਟੁਰ ਗਏ ਸੀ ਕਿ ਮਹਾਰਾਜ ਦੇ ਕਿੰਨੇ ਹੀ ਬੇਅੰਤ ਗੁਣ ਨੇ ਜਿਹੜੇ ਕਦੀ ਵਿਰਲੇ ਹੀ ਅਸੀਂ ਕਹਿੰਦੇ ਜਾਂ ਸੁਣਦੇ ਹਾਂ। ਇੱਕੋ ਹੀ ਜਿਹੜੀ ਗੱਲ ਅਸੀਂ ਹਰ ਵਾਰੀ ਸੁਣਦੇ ਹਾਂ ਕਿ ਮਹਾਰਾਜ ਨੇ ਤਿਲਕ ਜੰਜੂ ਦੀ ਰਾਖੀ ਲਈ ਜਿਹੜਾ ਬਲੀਦਾਨ ਦਿੱਤਾ, ਤਿਆਗ ਕੀਤਾ। ਪਰ ਕੱਲ ਅਸੀਂ ਵਿਚਾਰ ਕੀਤੀ ਮਹਾਰਾਜ ਵਿੱਚ ਕਿੰਨੇ ਹੀ ਬੇਅੰਤ ਬਰਕਤਾਂ ਨੇ ਜਿਹੜੀਆਂ ਵਰਤ ਰਹੀਆਂ ਨੇ। ਜਿਹੜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਪਾਤਸ਼ਾਹ, ਉਹਨਾਂ ਨੇ 4 ਉਦਾਸੀਆਂ ਕੀਤੀਆਂ। ਅਸੀਂ ਕਹਿੰਦੇ ਹਾਂ ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਟੋਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਬਾਅਦ ਬਈ ਲੰਬੀ ਜਿਹੜੀ ਹੈਗੀ ਹੈ ਪ੍ਰਚਾਰ ਯਾਤਰਾ ਕੀਤੀ। ਦੇਖੋ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲੇ, ਪਟਨਾ ਸਾਹਿਬ ਤੋਂ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਅਸਾਮ ਦੀ ਯਾਤਰਾ, ਫਿਰ ਵਾਪਸ ਇੱਧਰ ਆਉਣਾ, ਫਿਰ ਅਨੰਦਪੁਰ ਸਾਹਿਬ ਵਸਾਣਾ। ਕਿੰਨਾ ਲੰਬਾ ਜਿਹੜਾ ਗੁਰੂ ਸਾਹਿਬ ਨੇ ਇਹ ਜਿਹੜੀ ਪ੍ਰਚਾਰ ਯਾਤਰਾ ਕੀਤੀ ਹੈ। ਇਹ ਸਮਝੋ ਕਿ ਮਹਾਰਾਜ ਦਾ ਜਿਹੜੀ ਪ੍ਰਚਾਰ ਯਾਤਰਾ, ਜਿਹੜੇ ਪ੍ਰਚਾਰ ਕੀਤਾ ਉਹ ਸਮਾਂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਨੇ ਜਿਨ੍ਹਾਂ ਨੇ ਲੰਬੀ ਯਾਤਰਾਵਾਂ ਕੀਤੀਆਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ। ਜਿਹੜੀ ਲੁਕਾਈ ਹੈ ਉਹਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨ ਲਈ। ਜੇ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਤੇ ਝਾਤ ਮਾਰਦੇ ਆ ਕਿ ਉਹਨਾਂ ਨੇ ਹੁਕਮ ਮੰਨਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਹੁਕਮ ਮੰਨਣ ਦੀ ਉਵੇਂ ਹੀ ਮੂਰਤ ਨੇ ਜਿਵੇਂ ਦੂਸਰੀ ਪਾਤਸ਼ਾਹੀ ਨੇ। ਮਹਾਰਾਜ ਵੀ ਕਿਵੇਂ ਹੁਕਮ ਮੰਨਦੇ ਨੇ। ਜੇ ਗੁਰਪਿਤਾ ਜੀ ਨੇ ਹੁਕਮ ਕੀਤਾ ਹੈ, ਮਹਾਰਾਜ ਆਪ ਉਦਾਸੀਨ ਪ੍ਰਵਰਤੀ ਦੇ ਮਾਲਕ ਨੇ। ਆਵੇ ਪਤਾ ਨਾ ਸਰਵਣ ਕੀਤਾ ਕਿ ਮਹਾਰਾਜ ਕਦੇ ਆਇਆ ਕਰਦੇ ਸੀ ਅਕਾਲ ਤਖਤ ਸਾਹਿਬ ਵੀ ਆਪਣੇ ਗੁਰਪਿਤਾ ਜੀ ਦੇ ਦਰਸ਼ਨਾਂ ਲਈ। ਮਹਾਰਾਜ ਉਦਾਸੀਨ ਪ੍ਰਵਰਤੀ ਦੇ ਮਾਲਕ ਨੇ, ਪਰ ਜਦੋਂ ਕਿਹਾ ਕਿ ਆਨੰਦ ਕਾਰਜ ਕਰਨੇ ਨੇ, ਗ੍ਰਸਤ ਜੀਵਨ ਅਪਣਾਉਣਾ ਹੈ, ਤੇ ਮਹਾਰਾਜ ਨੇ ਜੀ ਅੱਗੋਂ ਪਿਤਾ ਜੀ ਦਾ ਹੁਕਮ ਮੰਨਿਆ। ਜੰਗ ਦੇ ਮੈਦਾਨ ਵਿੱਚ ਜਾਣਾ ਹੈ ਤੇ ਉੱਥੇ ਵੀ ਤੇਗ ਦੇ ਜੋਹਰ ਦਿਖਾਏ, ਜੀ ਹੁਕਮ ਮੰਨਿਆ। ਜੇ ਮਹਾਰਾਜ ਨੂੰ ਕਿਹਾ ਕਿ ਬਾਬਾ ਬਕਾਲੇ ਚਲੇ ਜਾਓ, ਜੀ ਹੁਕਮ ਮੰਨਿਆ। ਜੇ ਮਹਾਰਾਜ ਦੇ ਭਤੀਜੇ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਮਹਾਰਾਜ ਦੀ ਅੱਖਾਂ ਵਿੱਚ ਕੋਈ ਪ੍ਰਸ਼ਨ ਨਹੀਂ ਹੈ। ਮਹਾਰਾਜ ਨੇ ਆਪਣੇ ਭਤੀਜੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਬਈ ਹੱਕ ਮੇਰਾ ਬਣਦਾ, ਮੈਂ ਪੁੱਤਰ ਹਾਂ। ਮਹਾਰਾਜ ਨੇ ਹੁਕਮ ਦੀ ਪਾਲਣਾ ਕੀਤੀ।
ਹੁਕਮ ਮੰਨਣ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜੇ ਤੀਸਰੇ ਪਾਤਸ਼ਾਹ ਦੇਖੀਏ ਕਿ ਉਹ ਸੇਵਾ ਦੇ ਪੁੰਜ ਨੇ, ਉਹਨਾਂ ਨੇ ਸੇਵਾ ਬੜੀ ਅੰਥਕ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜੋ ਸਿੱਖੀ ਦੀ ਸੇਵਾ ਕੀਤੀ, ਜੋ ਪ੍ਰਚਾਰ ਦੀ ਸੇਵਾ ਕੀਤੀ, ਕਿ ਆਪਣੇ ਲਾਲ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸਿਰਫ 2 ਜਾਂ ਸਵਾ 2 ਸਾਲ ਤੱਕ ਹੀ ਜਿਹੜੀ ਆਪਣੀ ਪਿਤਾ ਦੀ ਗੋਦ ਦਿੱਤੀ। ਮਹਾਰਾਜ ਜਦੋਂ ਅਸਾਮ ਵਿੱਚ ਨੇ ਤੇ ਪਿੱਛੋਂ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਮਹਾਰਾਜ 4 ਸਾਲ ਦੇ ਹੋ ਜਾਂਦੇ ਨੇ ਤੇ ਪਿਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਨੇ। ਫਿਰ ਉਸ ਤੋਂ ਬਾਅਦ ਕੁਝ ਸਮਾਂ ਰਹਿ ਕੇ ਫਿਰ ਮਹਾਰਾਜ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ। ਉੱਥੇ ਅਨੰਦਪੁਰ ਸਾਹਿਬ ਚੱਕ ਨਾਨਕੀ ਵਸਾਉਂਦੇ ਨੇ। ਪਰ ਜਦੋਂ ਚੱਕ ਨਾਨਕੀ ਬੁਲਾਉਂਦੇ ਨੇ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਨੂੰ, ਫਿਰ ਕੁਝ ਚਿਰ ਹੀ ਹਲੇ ਹੁੰਦਾ ਹੈ ਕਿ ਕਸ਼ਮੀਰੀ ਪੰਡਤ ਆ ਜਾਂਦੇ ਨੇ। ਇੰਨਾ ਘੱਟ ਸਮਾਂ ਦੋਨੋਂ ਪਿਤਾ ਤੇ ਪੁੱਤਰ ਨੇ ਆਪਸ ਵਿੱਚ ਗੁਜ਼ਾਰਿਆ। ਕੀ ਕਰਦੇ ਰਹੇ ਮਹਾਰਾਜ? ਪੰਥ ਦੀ ਸੇਵਾ ਹੀ ਕਰਦੇ ਰਹੇ, ਸਿੱਖੀ ਦੀ ਸੇਵਾ ਕਰਦੇ ਰਹੇ। ਤੇ ਬਾਣੀ ਨਾਲ, ਤੀਸਰੇ ਪਾਤਸ਼ਾਹ ਦੀ ਬਾਣੀ ਨਾਲ ਮਹਾਰਾਜ ਨੂੰ ਇੰਨਾ ਪ੍ਰੇਮ, ਜਦੋਂ ਕਹਿੰਦੇ ਨੇ ਕਿ ਗੁਰੂ ਗੋਬਿੰਦ ਰਾਏ ਜੀ ਆਏ ਨਾ ਚੱਕ ਨਾਨਕੀ, ਜਦੋਂ ਪਰਿਵਾਰ ਨੂੰ ਬੁਲਾਇਆ ਕਿ ਇੱਥੇ ਆ ਜਾਓ ਪਟਨਾ ਸਾਹਿਬ ਤੋਂ, ਜਦੋਂ ਮਹਾਰਾਜ ਆਪਣੀ ਉਹ ਛੋਟੀ ਜੀ ਆਯੂ ਵਿੱਚ ਆਉਂਦੇ ਨੇ ਆਪਣੇ ਪਿਤਾ ਜੀ ਪਾਸ ਚੱਕ ਨਾਨਕੀ, ਤੇ ਆ ਕੇ ਪਿਤਾ ਜੀ ਨੂੰ ਆਨੰਦ ਸਾਹਿਬ ਦੀ ਬਾਣੀ ਸੁਣਾਉਂਦੇ ਨੇ। ਜਦੋਂ ਸ਼੍ਰੀ ਆਨੰਦ ਸਾਹਿਬ ਬਾਣੀ ਸੁਣਾਉਂਦੇ ਨੇ, ਆਨੰਦ ਸਾਹਿਬ ਦੀ ਪੌੜੀਆਂ ਦਾ ਉਚਾਰਨ ਕਰਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੰਨਾ ਪ੍ਰਸੰਨ ਹੁੰਦੇ ਨੇ ਕਿ ਉਸ ਵਕਤ ਕਹਿੰਦੇ ਨੇ, ਜਿੱਥੇ ਮੇਰੇ ਲਾਲ ਨੇ ਆਨੰਦ ਸਾਹਿਬ ਦੀ ਬਾਣੀ ਗਾਈਏ, ਉਸ ਸਥਾਨ ਦਾ ਨਾਮ ਤੇ ਅਨੰਦਪੁਰ ਹੋਣਾ ਚਾਹੀਦਾ ਹੈ। ਮਹਾਰਾਜ ਨੇ ਉਸ ਸਮੇਂ ਅਨੰਦਪੁਰ ਨਾਮ ਦੀ ਘੋਸ਼ਣਾ ਕਰ ਦਿੱਤੀ ਸੀ, ਜਿਹੜਾ ਬਾਅਦ ਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਮੇਂ ਤੱਕ ਤੇ ਪੂਰਾ ਵਿਖਿਆਤ ਹੋ ਗਿਆ ਕਿ ਅਸੀਂ ਹੁਣ ਸ੍ਰੀ ਅਨੰਦਪੁਰ ਸਾਹਿਬ ਵੀ ਕਹਿੰਦੇ ਹਾਂ। ਇਵੇਂ ਮਹਾਰਾਜ ਦਾ ਇੰਨਾ ਪ੍ਰੇਮ ਹੈ ਜਿਹੜਾ ਤੀਸਰੇ ਪਾਤਸ਼ਾਹ ਨਾਲ। ਚੌਥੇ ਪਾਤਸ਼ਾਹ ਦੇ ਜਦੋਂ ਜੀਵਨ ਨੂੰ ਦੇਖਦੇ ਹਾਂ ਤੇ ਮਹਾਰਾਜ ਨੇ ਜਿਹੜੀਆਂ ਉਸਾਰੀਆਂ ਆਰੰਭ ਕਰਾਈਆਂ, ਦਰਬਾਰ ਸਾਹਿਬ, ਸਰੋਵਰ ਸਾਹਿਬ, ਅੰਮ੍ਰਿਤ ਸਰੋਵਰ ਦੀ ਜਦੋਂ ਉਸਾਰੀਆਂ ਆਰੰਭ ਕਰਾਈਆਂ, ਤੇ ਉਹੀਓ ਗੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਾਰਨ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਦੇ ਨੇੜੇ ਹੈਗੇ ਨੇ, ਉੱਥੇ ਬਿਲਾਸਪੁਰ ਰਾਜਾ ਤਾਰਾ ਚੰਦ ਦੀ ਜਿਹੜੀ ਵਿਧਵਾ ਇਸਤਰੀ ਉਹਦੇ ਘਰ ਉੱਥੇ ਗਏ ਹੋਏ ਨੇ ਮਹਾਰਾਜ। ਉਹਦੇ ਪੁੱਤਰ ਜਿਹੜਾ ਉਹ ਚੜ੍ਹਾਈ ਕਰ ਗਿਆ, ਉਹਦੀ ਅੰਤਮ ਰਸਮਾਂ ਤੇ ਮਹਾਰਾਜ ਨੂੰ ਬੁਲਾਇਆ ਹੋਇਆ। ਜਦੋਂ ਮਹਾਰਾਜ ਉੱਥੇ ਸੰਗਤ ਨਾਲ ਵਿਚਾਰ ਕਰਦੇ ਨੇ ਕਿ ਇੱਥੇ ਇੱਕ ਨਗਰ ਵਸਾਣਾ ਹੈ, ਇੱਥੇ ਵਸੋਂ ਕਰਨੀ ਹੈ, ਤੇ ਜਦੋਂ ਰਾਣੀ ਨੂੰ ਪਤਾ ਚੱਲਦਾ ਹੈ ਤੇ ਉਹ ਕਹਿੰਦੀ ਹੈ ਕਿ ਵੀ ਸਾਰੀ ਰਿਆਸਤ ਹੀ ਸਾਡੀ ਹੈ, ਤੁਸੀਂ ਇਹ ਧਰਤੀ ਲੈ ਲਓ ਮਾਖੋਵਾਲ ਦੀ, ਜਿੱਥੇ ਅੱਜ ਅਨੰਦਪੁਰ ਸਾਹਿਬ ਹੈ, ਤੇ ਇਹ ਤੁਸੀਂ ਧਰਤੀ ਲੈ ਲਓ, ਇੱਥੇ ਤੁਸੀਂ ਆਪਣਾ ਜਿਹੜਾ ਨਗਰ ਵਸਾਣਾ ਹੈ ਉਹ ਵਸਾਓ। ਤੇ ਮਹਾਰਾਜ ਕੀ ਕਹਿੰਦੇ ਨੇ, ਨਹੀਂ, ਗੁਰੂ ਨਾਨਕ ਦੇ ਘਰ ਦੀ ਇਹ ਮਰਿਆਦਾ ਹੀ ਨਹੀਂ ਹੈ, ਮੁੱਲ ਲੈਣੀ ਹੈ ਜ਼ਮੀਨ। ਤੇ ਉਹ ਕਾਗਜ਼ ਵਿਦਿਆਮਾਨ ਨੇ, ਮਹਾਰਾਜ ਨੇ 500 ਮੋਹਰਾਂ ਦੇ ਕੇ ਨਾ ਉਹ ਜ਼ਮੀਨ ਜਿਹੜੀ ਹੈ ਮੁੱਲ ਲਿੱਤੀ। ਤੇ ਫਿਰ ਇੰਨੀਆਂ ਉਸਾਰੀਆਂ ਕਰਾਈਆਂ ਕਿ ਪੂਰਾ ਅਨੰਦਪੁਰ ਸਾਹਿਬ ਇੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਦੀ ਉਸਾਰੀ ਹੋਈ। ਉਸ ਸਮੇਂ ਸ਼ਾਹੀ ਠਾੜ ਨਾਲ ਅਨੰਦਪੁਰ ਸਾਹਿਬ ਵਸਿਆ। ਉੱਥੇ ਮਾਖੋਵਾਲ ਤੋਂ ਚੱਕ ਨਾਨਕੀ ਤੇ ਫਿਰ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਹੋ ਗਿਆ। ਮਹਾਰਾਜ ਜਦੋਂ ਇਹ ਸਾਰੀਆਂ ਉਸਾਰੀਆਂ ਹੋ ਰਹੀਆਂ ਨੇ, ਕਹਿੰਦੇ ਨੇ ਉੱਥੇ ਇੱਕ ਮੂਸੇ ਖਾਨ ਆਉਂਦਾ ਹੈ। ਮੂਸੇ ਖਾਨ ਦਾ ਵੀ ਜਿਹੜਾ ਹੈ ਨਾ ਉਹ ਰਿਸ਼ਤਾ ਜਿਹੜਾ ਹੈ ਮਹਾਰਾਜ ਦੇ ਸ਼ਰਧਾਲੂਆਂ ਨਾਲ ਹੈਗਾ। ਮੂਸੇ ਖਾਨ ਆਉਂਦਾ ਹੈ ਤੇ ਮੂਸੇ ਖਾਨ ਕੀ ਵੇਖਦਾ ਹੈ ਵੀ ਬੜੀਆਂ ਉਸਾਰੀਆਂ ਚੱਲ ਰਹੀਆਂ ਨੇ, ਬੜੀਆਂ ਉਸਾਰੀਆਂ ਹੋ ਚੁੱਕੀਆਂ ਨੇ, ਤੇ ਉਹ ਕਹਿੰਦਾ ਮੈਂ ਤੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਉਦਾਸੀਨ ਪ੍ਰਵਰਤੀ ਦੇ ਮਾਇਆ ਤੋਂ ਰਹਿਤ ਨੇ, ਮਾਇਆ ਦਾ ਉਹਨਾਂ ਉੱਪਰ ਕੋਈ ਪ੍ਰਭਾਵ ਨਹੀਂ ਹੈਗਾ, ਤੇ ਉਹ ਸਿਰਫ ਲੁਕਾਈ ਦਾ ਭਲਾ ਹੀ ਲੋਚਦੇ ਨੇ। ਤੇ ਇੱਥੇ ਤੇ ਇੰਨੇ ਵੱਡੇ ਵੱਡੇ ਭਵਨ ਬਣ ਰਹੇ ਨੇ, ਜਿਵੇਂ ਅੱਜ ਵੀ ਅਸੀਂ ਕਈ ਵਾਰੀ ਵਿਚਾਰ ਕਰ ਲੈਂਦੇ ਨਾ, ਕੋਈ ਮਹਾਂਪੁਰਖ ਕੋਈ ਵੱਡਾ ਇਮਾਰਤ ਦੀ ਨਿਰਮਾਣ ਕਰਾਉਣ, ਤੇ ਕਈ ਵਾਰੀ ਕਲਯੁਗੀ ਮਨ 'ਚ ਵਿਚਾਰ ਆਉਂਦਾ ਵੀ ਨਾਮ ਤੇ ਗੁਰੂ ਸਾਹਿਬ ਦਾ ਲਿਖਿਆ ਪਰ ਵਰਤੋਂ ਤੇ ਆਪ ਹੀ ਕਰਨਗੇ, ਹੈ ਨਾ, ਐਵੇਂ ਸਾਡੇ ਮਨ 'ਚ ਵਿਚਾਰ ਹੋ ਆਉਂਦੀ ਹੈ। ਕਹਿੰਦੇ ਉਹ ਸੋਚਦਾ ਹੈ ਕਿ ਬਈ ਗੁਰੂ ਸਾਹਿਬ ਨੂੰ ਕੀ ਲੋੜ ਪਈ ਇੰਨੀ ਇਮਾਰਤਾਂ ਵਸਾਉਣ ਦੀ, ਇੰਨਾ ਉਹ ਕਰਨ ਦੀ। ਜਦੋਂ ਗੁਰੂ ਸਾਹਿਬ ਦਾ ਤੇ ਮਨ ਦੇ ਸ਼ੰਕੇ ਜਾਣਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਦੇ ਸ਼ੰਕੇ ਦਾ ਜੋ ਨਿਵਾਰਣ ਗੁਰੂ ਦਰਬਾਰ ਵਿੱਚ ਹੀ ਹੁੰਦਾ ਹੈ। ਤੁਸੀਂ ਇਹ ਭਾਵਨਾ ਅਗਰ ਰੱਖ ਲਓ ਨਾ ਮਨ ਵਿੱਚ ਕਿ ਸਾਡੇ ਮਨ 'ਚ ਸ਼ੰਕਾ ਹੈ, ਤੇ ਮਹਾਰਾਜ ਦਾ ਨਿਵਾਰਣ ਕਰੋ। ਦੇਖੋ ਤੁਸੀਂ ਗੁਰੂ ਦਰਬਾਰ ਆਓਗੇ, ਤੁਹਾਨੂੰ ਚਾਹੇ ਕੀਰਤਨ ਦੀ ਪੰਕਤੀ ਜੋ ਚੱਲ ਰਹੀ ਹੈ, ਚਾਹੇ ਹੁਕਮਨਾਮਾ ਸਾਹਿਬ ਆ ਰਿਹਾ, ਜਾਂ ਗੁਰੂ ਦਰਬਾਰ ਜੋ ਵੀ ਕਥਾ ਹੋ ਰਹੀ ਹੈ, ਵਿਚਾਰ ਹੋ ਰਹੀ ਹੈ, ਉਹਦੇ ਵਿੱਚ ਤੁਹਾਨੂੰ ਥੋੜਾ ਉੱਤਰ ਮਿਲੇਗਾ। ਤੁਸੀਂ ਗੁਰੂ ਦਰਬਾਰ ਨਹੀਂ ਆਏ, ਤੁਸੀਂ ਘਰ ਬੈਠੇ ਮਹਾਰਾਜ ਦਾ ਚਿੰਤਨ ਕਰ ਰਹੇ ਹੋ, ਤੇ ਮਹਾਰਾਜ ਕੋਈ ਨਾ ਕੋਈ ਵਿਧ ਬਣਾ ਦੇਣਗੇ, ਤੁਹਾਡਾ ਉੱਤਰ ਤੁਹਾਨੂੰ ਮਿਲੇਗਾ ਅਗਰ ਤੁਹਾਡੇ ਮਨ ਦੀ ਭਾਵਨਾ ਹੈ। ਆਪ ਜੀ ਨੇ ਕਦੀ ਕਦੀ ਦੇਖਿਆ ਵੀ ਹੋਏਗਾ ਆਪਣੇ ਨਾਲ ਵਰਤ ਕੇ। ਤੇ ਮਹਾਰਾਜ ਜਦੋਂ ਐਵੇਂ ਗੁਰੂ ਦਰਬਾਰ ਵਿੱਚ ਸਮਝਾਣਾ ਕਰਦੇ ਨੇ ਵੀ ਇਹ ਉਸਾਰੀਆਂ ਕਿਉਂ ਨਹੀਂ ਆਈ, ਤੇ ਉਹਨੂੰ ਸਮਝ ਨਹੀਂ ਪੈਂਦੀ। ਤੇ ਉਹ ਮੁਸਲਿਮ ਹੈ ਨਾ, ਜਦੋਂ ਉਹ ਕਹਿੰਦਾ ਕਿ ਮੈਂ ਮੁਤਮਈਨ ਨਹੀਂ ਹੋਇਆ, ਮਤਲਬ ਮੈਂ ਸੈਟਿਸਫਾਈਡ ਨਹੀਂ ਹੋ ਰਿਹਾ ਮਨ ਵਿੱਚ।
ਮਹਾਰਾਜ ਉਹਨੂੰ ਨਾ ਕਹਿੰਦੇ ਨੇ ਕੁਝ ਚਿਰ ਆਰਾਮ ਕਰੋ, ਦੁਪਹਿਰ ਦਾ ਸਮਾਂ ਹੈ। ਜਦੋਂ ਉਹ ਆਰਾਮ ਵਿੱਚ ਜਾਂਦਾ ਹੈ ਤੇ ਉਸਨੂੰ ਇੱਕ ਸੁਪਨ ਆਉਂਦਾ ਹੈ। ਸੁਪਨ ਵਿੱਚ ਉਹ ਕੀ ਦੇਖਦਾ ਹੈ? ਮੂਸੇ ਖਾਨ ਸੁਪਨ ਵਿੱਚ ਦੇਖਦਾ ਹੈ ਕਿ ਉਹਦੀ ਮੌਤ ਹੋ ਗਈ ਹੈ ਤੇ ਮਰ ਕੇ ਉਹ ਸਵਰਗ ਲੋਕ ਪਹੁੰਚਿਆ ਹੈ ਤੇ ਸਵਰਗ ਲੋਕ ਵਿੱਚ ਇੱਕ ਸ਼ੇਰ ਵੀ ਬੈਠਾ ਹੈ। ਉਹ ਬੜਾ ਹੈਰਾਨ ਹੁੰਦਾ ਹੈ, ਕਹਿੰਦਾ ਵੀ ਸ਼ੇਰ ਕਿੱਥੋਂ ਸਵਰਗ ਵਿੱਚ ਆ ਗਿਆ? ਸ਼ੇਰ ਇੱਕ ਜੰਗਲੀ ਜਾਨਵਰ ਹੈ ਜਿਹੜਾ ਦੂਸਰੇ ਜਾਨਵਰਾਂ ਨੂੰ ਮਾਰਦਾ ਹੈ, ਜੀਵ ਹੱਤਿਆ ਕਰਦਾ ਹੈ, ਵੀ ਇਹ ਵੀ ਸਵਰਗਾਂ ਵਿੱਚ ਆ ਸਕਦਾ ਹੈ। ਉਹਨੂੰ ਹੈਰਤ ਹੁੰਦੀ ਹੈ। ਉਹ ਸ਼ੇਰ ਕੋਲ ਪੁੱਛਦਾ ਹੈ ਵੀ ਤੂੰ ਕਿਹੜਾ ਕਰਮ ਕੀਤਾ ਕਿ ਤੂੰ ਸਵਰਗ ਵਿੱਚ ਆ ਗਿਆ? ਤੇ ਉਹ ਸ਼ੇਰ ਕਹਿੰਦਾ ਹੈ, ਇੱਕ ਰਾਤ ਬਹੁਤ ਤੇਜ਼ ਬਾਰਿਸ਼ ਤੂਫਾਨ ਸੀ, ਬੜੀ ਠੰਡੀ ਰਾਤ ਸੀ। ਮੈਂ ਸ਼ਿਕਾਰ ਕਰਕੇ ਜਦੋਂ ਆਪਣੀ ਗੁਫਾ ਵਿੱਚ ਵਾਪਸ ਗਿਆ ਤੇ ਮੇਰੀ ਗੁਫਾ ਵਿੱਚ ਦੋ ਜੀਵ ਬਾਰਿਸ਼ ਤੋਂ ਬਚਣ ਲਈ ਗੁਫਾ ਵਿੱਚ ਬੈਠੇ ਹੋਏ ਸੀ। ਜਦੋਂ ਮੈਂ ਉਹਨਾਂ ਨੂੰ ਵੇਖਿਆ ਤੇ ਮੈਨੂੰ ਹੁਣ ਕੋਈ ਮਾਰਨ ਦੀ ਜਾਂ ਭੋਜਨ ਦੀ ਇੱਛਾ ਨਹੀਂ ਸੀ। ਮੈਂ ਜਾਣਿਆ ਕਿ ਮੈਨੂੰ ਇਹ ਵਿਚਾਰ ਹੋ ਆਈ, ਉਹ ਸ਼ੇਰ ਕਹਿੰਦਾ, ਕਿ ਅਗਰ ਮੈਂ ਗੁਫਾ ਵਿੱਚ ਗਿਆ ਜਾਂ ਉਹਨਾਂ ਦਾ ਨੁਕਸਾਨ ਹੋਏਗਾ ਜਾਂ ਮੇਰਾ ਨੁਕਸਾਨ ਹੋਏਗਾ, ਦੋਨੋਂ ਤਾਂ ਅਸੀਂ ਇਕੱਠੇ ਨਹੀਂ ਰਹਿ ਸਕਦੇ ਤਿੰਨੋਂ ਇੱਕੋ ਗੁਫਾ ਵਿੱਚ। ਕਹਿੰਦਾ ਮੈਂ ਉਹਨਾਂ ਦਾ ਭਲਾ ਉਸ ਸਮੇਂ ਲੋਚਿਆ ਤੇ ਮੈਂ ਗੁਫਾ ਦੇ ਬਾਹਰ ਹੀ ਰਿਹਾ। ਮੈਂ ਬਾਰਿਸ਼ ਤੋਂ ਬਚਣ ਲਈ ਗੁਫਾ ਵਿੱਚ ਕਹਿੰਦਾ ਨਹੀਂ ਗਿਆ। ਜਦੋਂ ਕਹਿੰਦਾ ਕਿ ਮੈਂ ਗੁਫਾ ਵਿੱਚ ਨਹੀਂ ਗਿਆ, ਪੂਰੀ ਰਾਤ ਔਰ ਠੰਡੀ ਰਾਤ ਮੈਂ ਤੇਜ਼ ਬਾਰਿਸ਼ ਵਿੱਚ ਗੁਜ਼ਾਰੀ ਤੇ ਉਸ ਬਾਰਿਸ਼ ਕਰਕੇ ਮੇਰੀ ਮੌਤ ਹੋ ਗਈ। ਤੇ ਉਹ ਚੰਗਾ ਕਰਮ ਕਰਨ ਦੀ ਬਦਲੇ ਕਿ ਮੈਂ ਦੋ ਜਾਨਾਂ ਬਚਾਈਆਂ ਤੇ ਆਪ ਆਪਣੀ ਜਾਨ ਗਵਾ ਲਿੱਤੀ ਤੇ ਮੈਂ ਇੱਥੇ ਸਵਰਗ ਲੋਕ ਵਿੱਚ ਆਇਆ। ਤੇ ਕਹਿੰਦੇ ਉਹ ਮੂਸੇ ਖਾਨ ਦੀ ਜਿਹੜੀ ਨੀਂਦ ਖੁੱਲ ਗਈ। ਤੇ ਮਹਾਰਾਜ ਨੇ ਕਿਹਾ ਵੀ ਸ਼ੰਕਾ ਦਾ ਨਿਵਾਰਨ ਹੋ ਗਿਆ? ਕਹਿੰਦਾ ਹਾਂਜੀ ਮਹਾਰਾਜ, ਸ਼ੰਕਾ ਦਾ ਨਿਵਾਰਨ ਹੋ ਗਿਆ। ਵੀ ਤੁਸੀਂ ਤੇ ਸਾਰੇ ਵਰਤਾਰੇ ਤੋਂ ਪਰੇ ਹੋ, ਤੁਸੀਂ ਇਹਦੇ ਵਿੱਚ ਸਮਾ ਨਹੀਂ ਰਹੇ ਹੋ। ਇਹ ਸਾਰੀਆਂ ਜਿਹੜੀਆਂ ਨੇ ਉਹ ਸੰਗਤਾਂ ਦੇ ਆਰਾਮ ਲਈ ਨੇ, ਜੋ ਜੀ ਆ ਰਹੇ ਨੇ। ਤੇ ਜਦੋਂ ਕਹਿੰਦੇ ਨੇ ਇੱਕ ਵਾਰੀ ਬੁੱਲੇ ਸ਼ਾਹ ਵੀ ਉੱਥੇ ਗਏ ਸੀ ਨਾ, ਉਹਨਾਂ ਨੇ ਵੀ ਦੇਖਿਆ ਸੀ ਵੀ ਇਹ ਕਿ ਇਮਾਰਤਾਂ ਵੀ ਵਸ ਰਹੀਆਂ ਨੇ, ਚੁੱਲ੍ਹੇ ਵੀ ਬਲਦੇ ਪਏ ਨੇ, ਲੰਗਰ ਵੀ ਚੱਲਦੇ ਪਏ ਨੇ। ਫਿਰ ਉਹਨਾਂ ਨੂੰ ਵੀ ਜਦੋਂ ਸਮਝ ਪਈ ਸੀ ਤੇ ਉਹ ਕਹਿੰਦੇ ਸੀ ਇੱਟ ਖੜੱਕਾ ਦੁੱਕੜ ਵੱਜੇ, ਇਹ ਤਬਲੇ ਨੂੰ ਕਹਿੰਦੇ ਨੇ ਕਿ ਇੱਟ ਖੜੱਕਾ ਇਮਾਰਤਾਂ ਹੋ ਰਹੀਆਂ ਨੇ, ਦੁੱਕੜ ਵੱਜੇ ਦੁੱਪਲ ਵੱਜੇ ਕਿ ਤਬਲਾ ਵੱਜ ਰਿਹਾ, ਨਾਲੇ ਬੱਲੇ ਚੁੱਲ੍ਹਾ, ਆਂਦਾ ਜਾਂਦੇ ਫਕੀਰ ਖਾਂਦੇ, ਇਨੀ ਗੱਲਾਂ ਰੱਬ ਰਾਜੀ ਰਹਿੰਦਾ, ਨਾਲੇ ਰਹਿੰਦਾ ਬੁੱਲਾ। ਵੀ ਸਭ ਕੁਛ ਇੱਥੇ ਹੋ ਰਿਹਾ, ਸਾਰੀਆਂ ਬਰਕਤਾਂ ਨੇ। ਮਹਾਰਾਜ ਵੀ ਉਹ ਇਮਾਰਤਾਂ ਅਨੰਦਪੁਰ ਸਾਹਿਬ ਮਹਾਰਾਜ ਨੇ ਵਸਾਇਆ। ਜੇ ਅਸੀਂ ਪੰਜਵੇਂ ਪਾਤਸ਼ਾਹ ਵੱਲ ਜਾਂਦੇ ਹਾਂ ਕਿ ਮਹਾਰਾਜ ਨੇ ਇੰਨੀ ਬਾਣੀ ਦਾ ਉਚਾਰਨ ਕੀਤਾ ਤੇ ਨੌਵੇਂ ਪਾਤਸ਼ਾਹ ਨੇ ਵੀ ਬਾਣੀ ਦਾ ਉਚਾਰਨ ਕੀਤਾ ਤੇ ਜੈਜੈਵੰਤੀ ਐਸਾ ਰਾਗ ਹੈ ਜਿਹਦੇ ਵਿੱਚ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਹੈ ਤੇ 31 ਰਾਗ ਸੰਪੂਰਨ ਹੁੰਦੇ ਨੇ। ਜੈਜੈਵੰਤੀ ਰਾਗ ਨੂੰ ਦਰਜ ਕਰਕੇ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜਾ ਸੰਪੂਰਨ ਰੂਪ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇੰਨੀ ਵੈਰਾਗ ਤੇ ਹੈ ਹੀ, ਜੋ ਅਸੀਂ ਦੇਖਦੇ ਹਾਂ ਸਬਕ ਵੀ ਜਿਹੜਾ ਨਾਮ ਜਪਣ ਦੀ ਵੀ ਉਹ ਦੱਸਦੀ ਹੈ, ਪਰ ਮਹਾਰਾਜ ਦੀ ਬਾਣੀ ਵਿੱਚ ਪ੍ਰੇਮ ਵੀ ਉਨਾ ਹੀ ਹੈ। ਦੇਖੋ ਅਸੀਂ ਨੂਵੇਮਲ ਦੇ ਸ਼ਲੋਕ ਹੀ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਕਿ ਵੈਰਾਗਮਈ ਬਾਣੀ ਹੈ, ਪਰ ਪ੍ਰੇਮ ਕਿੰਨਾ ਹੈ। ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜਿਉ ਸਵਾਨ ਤਜਤ ਨਹੀਂ ਨਿਤ, ਜਿਵੇਂ ਕੁੱਤਾ ਆਪਣੇ ਸਵਾਮੀ ਦਾ ਦਰ ਨਹੀਂ ਛੱਡਦਾ। ਸਵਾਮੀ ਕੋ ਗ੍ਰਹਿ ਜਿਉ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹਦੇ ਵਿੱਚ ਕਿੰਨਾ ਪ੍ਰੇਮ ਹੈ ਨਾ ਕਿ ਕਿਵੇਂ ਭਜਣਾ ਹੈ। ਮਹਾਰਾਜ ਨੇ ਕਿਹਾ ਜਿਵੇਂ ਕੁੱਤਾ ਨਹੀਂ ਛੱਡਦਾ ਆਪਣੇ ਸਵਾਮੀ ਦਾ ਦਰ। ਇੱਕ ਵਾਰੀ ਦੇਖੋ ਤੇ ਕਿੰਨੀ ਪ੍ਰੇਮ ਸ਼ਰਧਾ ਹੈ, ਸਿਰਫ ਵੈਰਾਗ ਹੀ ਤੇ ਨਹੀਂ ਆ ਰਿਹਾ ਨਾ। ਮਹਾਰਾਜ ਦੀ ਬਾਣੀ ਵਿੱਚ ਵੀ ਸਾਰੀਆਂ ਹੀ ਕਲਾਵਾਂ ਤੇ ਸਾਰੀਆਂ ਬਰਕਤਾਂ ਨੇ। ਮਹਾਰਾਜ ਤੇ ਇੰਨੇ ਪ੍ਰੇਮ ਨਾਲ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਦੇਖੋ ਜਿਹਦੇ ਕੋਲ ਮਨ ਦਾ ਮਾਨ ਹੈ ਉਹ ਸਾਧੂ ਤੇ ਹੋ ਨਹੀਂ ਸਕਦਾ ਨਾ, ਸਾਧੂ ਕੋਲ ਤੇ ਮਨ ਦਾ ਮਾਨ ਹੁੰਦਾ ਹੀ ਨਹੀਂ। ਪਰ ਮਹਾਰਾਜ ਪ੍ਰੇਮ ਨਾਲ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ। ਇਹ ਮਹਾਰਾਜ ਕਿੰਨੇ ਪ੍ਰੇਮ ਨਾਲ ਮਿੱਠਾ ਬੋਲ ਕੇ ਕਹਿ ਰਹੇ ਨੇ, ਜੋ ਸਾਨੂੰ ਬਾਣੀ ਸਿਖਾਉਂਦੀ ਹੈ ਕਿ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਕਦੇ ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਮਹਾਰਾਜ ਦੀ ਬਾਣੀ ਵੀ ਮਿੱਠੀ ਹੈ। ਮਹਾਰਾਜ ਜਦੋਂ ਸ਼ਹੀਦੀ ਵੱਲ ਜਾਈਏ ਤੇ ਗੁਰੂ ਅਰਜਨ ਪਾਤਸ਼ਾਹ ਨੇ ਜੋ ਸ਼ਹੀਦੀ ਦੀ ਇੱਕ ਰੀਤ ਦਿੱਤੀ, ਜੋ ਇੱਕ ਪਰਿਭਾਸ਼ਾ ਦਿੱਤੀ ਜੋ ਪਹਿਲੇ ਸੰਸਾਰ ਵਿੱਚ ਹੈ ਹੀ ਨਹੀਂ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਸ਼ਹੀਦੀ ਦੀ ਪਰਿਭਾਸ਼ਾ ਨੂੰ ਹੋਰ ਐਕਸਪੈਂਡ ਹੋਰ ਕਹਿੰਦੇ ਨੇ ਵਧਾ ਦਿੱਤਾ। ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਵੀ ਕਿਸੇ ਦੇ ਵਿਸ਼ਵਾਸ ਤੇ ਕਿਸੇ ਦੇ ਲਿਬਾਸ ਦੀ ਰਕਸ਼ਾ ਲਈ ਮਹਾਰਾਜ ਨੇ ਆਪਣੇ ਸਵਾਸਾਂ ਨੂੰ ਤਿਆਗ ਦਿੱਤਾ। ਐਸੀ ਸ਼ਹੀਦੀ ਦਿੱਤੀ ਮਹਾਰਾਜ ਨੇ। ਜੇ ਅਸੀਂ 6ਵੇਂ ਪਾਤਸ਼ਾਹ ਨੂੰ ਜਾਣਦੇ ਹਾਂ ਕਿ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋਨੋਂ ਕਿਰਪਾਨਾਂ ਪਹਿਨੀਆਂ ਨੇ
ਤੇ ਮਹਾਰਾਜ ਨੇ ਬਚਪਨ ਵਿੱਚ ਹੀ ਦੋਨੋਂ ਕਿਰਪਾਨਾਂ ਨੂੰ ਹੱਥ ਲਗਾ ਲਏ। ਮਹਾਰਾਜ ਤੇਗ ਦੇ ਵੀ ਉਹੀਓ ਜੋਹਰ ਦਿਖਾਉਂਦੇ ਨੇ ਤੇ ਤਿਆਗ ਦੀ ਵੀ ਉਵੇਂ ਹੀ ਮੂਰਤ ਨੇ। ਰਾਜਨੀਤਿਕ ਪਕਸ਼ ਤੋਂ ਵੀ ਮਹਾਰਾਜ ਉਨੇ ਹੀ ਮਜ਼ਬੂਤ ਨੇ। ਅਸਾਮ ਜਦੋਂ ਯਾਤਰਾ ਕਰਨ ਜਾਂਦੇ ਨੇ ਮਹਾਰਾਜ, ਤੇ ਅਸਾਮ ਤੇ ਮੁਗਲ ਸ਼ਾਸਕ ਕਬਜ਼ਾ ਨਹੀਂ ਕਰ ਪਾਏ ਸੀ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰਨ ਦੇ ਬਾਵਜੂਦ। ਜਦੋਂ ਉੱਥੇ ਦੋ ਰਿਆਸਤਾਂ ਦਾ ਯੁੱਧ ਛਿੜਨ ਦਾ ਹੋ ਜਾਂਦਾ ਸੰਕਟ, ਉੱਤੇ ਮਹਾਰਾਜ ਨੂੰ ਬੁਲਾਇਆ ਜਾਂਦਾ ਹੈ। ਮਹਾਰਾਜ ਦੇ ਸੁਲ੍ਹਾ ਕਰਾਉਣ ਤੇ ਉਹ ਯੁੱਧ ਦੀ ਸਥਿਤੀ ਪੂਰੀ ਟਲ ਜਾਂਦੀ ਹੈ। ਮਹਾਰਾਜ ਰਾਜਨੀਤਿਕ ਪੱਖ ਤੋਂ ਵੀ, ਮੀਰੀ ਤੋਂ ਪੀਰੀ ਤੋਂ ਹਰ ਜਗ੍ਹਾ ਤੋਂ ਉਵੇਂ ਹੀ ਸਰਵ ਸਮਰੱਥ ਨੇ। ਜਦੋਂ ਮਹਾਰਾਜ ਨੂੰ ਅਸੀਂ ਦੇਖਦੇ ਹਾਂ ਕਿ ਤੇਗ ਦੇ ਜੋਹਰ ਦਿਖਾਏ ਮਹਾਰਾਜ ਹਲੇ ਅਸਾਮ ਵਿੱਚ ਹੀ ਨੇ। ਇੱਥੇ ਜਦੋਂ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜ੍ਹੇ ਜਿਹੇ ਵੱਡੇ ਹੋ ਰਹੇ ਨੇ, ਤੇ ਇੱਥੇ ਜਿਹੜੇ ਹੈਗੇ ਨਾ ਰਿਆਸਤ ਹੈਗੀ ਪਟਨਾ ਸਾਹਿਬ ਦੀ, ਉਹਨਾਂ ਦੇ ਰਾਜੇ ਜਿਹੜੇ ਹੈਗੇ ਨੇ ਨਾ, ਉਹ ਮਾਮਾ ਕਿਰਪਾਲ ਚੰਦ ਜੀ ਨੂੰ ਸ਼ਿਕਾਇਤ ਕਰਦੇ ਨੇ ਕਿ ਬਈ ਜਿਹੜੇ ਮਹਾਰਾਜ ਨੇ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜਦੋਂ ਸਾਡੀ ਸਵਾਰੀ ਨਿਕਲਦੀ ਏ, ਉਹਨਾਂ ਦਾ ਦੋਨਾਂ ਦਾ ਨਾਮ ਆਇਆ ਹੈ ਰਹੀਮ ਬਖਸ਼ ਤੇ ਕਰੀਮ ਬਖਸ਼। ਉਹ ਸ਼ਰਧਾਲੂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ, ਪਰ ਇੱਕ ਭਰਾ ਥੋੜ੍ਹਾ ਜ਼ਿਆਦਾ ਸ਼ਰਧਾਲੂ ਹੈ ਤੇ ਦੂਜੇ ਥੋੜ੍ਹਾ ਜਿਹਾ ਨਵਾਬੀ ਦੀ ਬੂ ਹੈਗੀ ਕਿ ਮੈਂ ਨਵਾਬ ਹਾਂ। ਤੇ ਉਹ ਕਹਿੰਦਾ ਹੈ ਕਿ ਜਦੋਂ ਸਾਡੀ ਸਵਾਰੀ ਨਿਕਲਦੀ ਹੈ ਨਾ, ਤੇ ਗੋਬਿੰਦ ਰਾਏ ਤੇ ਸਲਾਮ ਕਰਦੇ ਨਹੀਂ। ਇਹ ਮਰਿਆਦਾ ਹੈ ਕਿ ਜਦੋਂ ਨਵਾਬ ਦੀ ਸਵਾਰੀ ਨਿਕਲੇ ਤੇ 7 ਸਲਾਮੀਆਂ ਝੁੱਕ ਕੇ ਦੇਣੀਆਂ ਨੇ, ਇਹ ਮਰਿਆਦਾ ਬਣਨੀ ਹੋਈ ਉਹਨਾਂ ਨੇ। ਕਹਿੰਦੇ ਗੋਬਿੰਦ ਰਾਏ ਤੇ ਸਲਾਮ ਕਰਦੇ ਨਹੀਂ, ਉਹ ਫਿਰ ਉਹਨਾਂ ਦੇ ਨਾਲ ਜਿਹੜੇ ਬੱਚੇ ਨੇ ਉਹ ਵੀ ਨਹੀਂ ਸਲਾਮ ਕਰਦੇ। ਇੱਕ ਜਗ੍ਹਾ ਤੇ ਇਹ ਲਿਖਤ ਮਿਲਦੀ ਹੈ ਕਿ ਉਹ ਕਹਿੰਦਾ ਕਿ ਸਲਾਮ ਤੇ ਕਰਨਾ ਦੂਰ ਦੀ ਗੱਲ, ਅੱਗੋਂ ਦੰਦੀਆਂ ਵਟਦੇ ਨੇ, ਮਜ਼ਾਕ ਬਣਾਉਂਦੇ ਨੇ ਕਿ ਸਵਾਰੀ ਜਾ ਰਹੀ ਹੈ। ਤੇ ਜਦੋਂ ਮਾਮਾ ਕਿਰਪਾਲ ਚੰਦ ਜੀ ਕੋਲ ਸ਼ਿਕਾਇਤ ਪਹੁੰਚਦੀ ਹੈ ਵੀ ਜਿਹੜੇ ਗੋਬਿੰਦ ਰਾਏ ਨੇ ਨਾ, ਉਹ ਹੋਰ ਵਰਿੱਤੀ ਦੇ ਮਾਲਕ ਨੇ, ਉਹਨਾਂ ਨੇ ਜਿਹੜੀ ਨਵਾਬ ਏ, ਨਵਾਬੀਆਂ ਦੀ ਨਵਾਬੀ ਨੂੰ ਨਹੀਂ ਮੰਨਿਆ ਹੋਇਆ, ਉਹ ਕ੍ਰਾਂਤੀਕਾਰੀ ਵਰਿੱਤੀ ਦੇ ਮਾਲਕ ਨੇ। ਜਦੋਂ ਐਵੇਂ ਪਤਾ ਚੱਲਦਾ ਨਾ, ਤੇ ਮਾਮਾ ਕਿਰਪਾਲ ਚੰਦ ਜੀ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇੱਕ ਗੱਲ ਦੱਸਣਾ ਕਰਦੇ ਨੇ ਆਸਾਮ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਪੁੱਤਰ ਦਾ ਨਾਮ ਲਿਖ ਕੇ ਹੁਕਮਨਾਮੇ ਵਿੱਚ ਭੇਜਿਆ ਹੋਇਆ ਕਿ ਗੋਬਿੰਦ ਰਾਏ ਨਾਮ ਰੱਖਣਾ। ਤੇ ਫਿਰ ਇਹ ਵੀ ਹੁਕਮਨਾਮੇ ਸਾਹਿਬ ਗੁਰੂ ਸਾਹਿਬ ਦੇ ਹਸਤ ਲਿਖਿਤ ਮਿਲਦੇ ਨੇ ਕਿ ਜਿਹਦੇ ਵਿੱਚ ਮਹਾਰਾਜ ਨੇ ਜਦੋਂ ਇਹ ਸ਼ਿਕਾਇਤ ਸੁਣੀ ਆਪਣੇ ਲਾਲ ਦੀ, ਤੇ ਮਹਾਰਾਜ ਦੀ ਦੇਖੋ ਬਈ ਕਿਵੇਂ ਦੇ ਮਹਾਰਾਜ ਬਹਾਦਰ ਨੇ। ਮਹਾਰਾਜ ਨੇ ਕਿਹਾ ਗੋਬਿੰਦ ਜੋ ਕੀਆ ਠੀਕ ਕੀਆ, ਕਿ ਅਗਰ ਸਲਾਮ ਨਹੀਂ ਕੀਤਾ ਮੇਰੇ ਪੁੱਤਰ ਨੇ, ਜੋ ਕੀਤਾ ਉਹ ਠੀਕ ਕੀਤਾ ਹੈ। ਮਹਾਰਾਜ ਆਪ ਅਸਾਮ ਵਿੱਚ ਨੇ ਪਰ ਐਨੇ ਨਿਡਰ ਨੇ, ਕਹਿ ਰਹੇ ਨੇ ਗੋਬਿੰਦ ਜੋ ਕੀਆ ਠੀਕ ਕੀਆ, ਨਵਾਬ ਕੋ ਸਲਾਮੀ ਨਹੀਂ ਦੇਣੀ। ਮਹਾਰਾਜ ਕਹਿੰਦੇ ਜੇ ਕਹਿੰਦੇ ਉਹ ਘਰ ਆ ਕੇ ਬੈਠ ਹੀ ਜਾਣ, ਜੇ ਉਹ ਆ ਕੇ ਆਏ ਹੈ ਬੈਠ ਹੀ ਜਾਏ। ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਸਰਾਂਦੀ ਨਹੀਂ ਬਿਠਾਣਾ, ਸਰਾਂਦੀ ਨਾ ਬਿਠਾਣਾ, ਪਵੰਦੀ ਬਿਠਾਣਾ। ਮਹਾਰਾਜ ਕਹਿੰਦੇ ਮੇਰੇ ਲਾਲ ਦੇ ਸਿਰ ਵਾਲੇ ਪਾਸੇ ਜੇ ਘਰ ਉਹ ਮੇਰੇ ਆ ਜਾਣ, ਮੇਰੇ ਪਿੱਛੋਂ ਮੇਰੀ ਗੈਰ ਹਾਜ਼ਰੀ ਸ਼ਿਕਾਇਤ ਲੈ ਕੇ ਨਵਾਬ, ਤੇ ਮੇਰੇ ਲਾਲ ਦੇ ਸਿਰ ਵਾਲੇ ਪਾਸੇ ਨਹੀਂ ਬਿਠਾਣਾ, ਪੈਰਾਂ ਵਾਲੇ ਪਾਸੇ ਬਿਠਾਣਾ। ਮਹਾਰਾਜ ਕਹਿੰਦੇ ਸਰਾਂਦੀ ਨਹੀਂ ਬਿਠਾਣਾ, ਪਵੰਦੀ ਬਿਠਾਣਾ, ਕਿਉਂਕਿ ਗੋਬਿੰਦ ਰਾਏ ਗੁਰਤਾ ਗੱਦੀ ਦਾ ਮਾਲਕ ਆਇਆ ਘਰ ਅੰਦਰ, ਤੇ ਜਿਹੜੀ ਗੁਰੂ ਨਾਨਕ ਦੀ ਗੱਦੀ ਹੈ ਉਹ ਨਵਾਬ ਦੇ ਪੈਰਾਂ ਵਿੱਚ ਨਹੀਂ, ਨਵਾਬ ਉਹਦੇ ਪੈਰਾਂ ਵਿੱਚ ਹੋਣਾ ਚਾਹੀਦਾ। ਮਹਾਰਾਜ ਦੀ ਬਹਾਦਰੀ ਦਾ ਦੇਖੋ ਕਿਵੇਂ ਮਹਾਰਾਜ ਉੱਥੇ ਬਹਿ ਕੇ ਕਹਿ ਰਹੇ ਨੇ ਕਿ ਲਾਲ ਦੇ ਸਰਾਂਦੀ ਨਹੀਂ ਪਵੰਦੀ ਬਿਠਾਣਾ, ਤੇ ਗੋਬਿੰਦ ਜੋ ਕੀਆ ਠੀਕ ਕੀਆ। ਮਹਾਰਾਜ ਦਾ ਐਵੇਂ ਦਾ ਜਦੋਂ ਉੱਤਰ ਆਉਂਦਾ। ਹੁਣ ਮਹਾਰਾਜ ਜਦੋਂ ਅੱਗੇ ਅਸੀਂ ਚੱਲਦੇ ਹਾਂ 7ਵੇਂ ਪਾਤਸ਼ਾਹ ਵੱਲ, ਗੁਰੂ ਹਰਿਰਾਏ ਸਾਹਿਬ ਜੀ ਵੱਲ, ਤੇ ਗੁਰੂ ਹਰਿਰਾਏ ਸਾਹਿਬ ਕਿੰਨੇ ਕੋਮਲ ਹਿਰਦੇ ਦੇ ਮਾਲਕ ਨੇ ਕਿ ਫੁੱਲ ਦੇ ਟੁੱਟਣ ਤੇ ਮਹਾਰਾਜ ਸਹਿਣ ਨਹੀਂ ਕਰਦੇ, ਲੇਕਿਨ ਜਿਹੜਾ ਉਹਦਾ ਦਰਦ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਮਹਾਰਾਜ ਉਹ ਮਹਿਸੂਸ ਕਰਦੇ ਨੇ। ਤੇ ਮਹਾਰਾਜ ਨੇ ਇੰਨੇ ਔਸ਼ਧਾਲੇ ਖੁਲਾਏ, ਹਸਪਤਾਲ ਖੁਲਵਾਏ ਜਿਨ੍ਹਾਂ 'ਚ ਸਭ ਦਾ ਇਲਾਜ ਹੁੰਦਾ ਹੈ। ਤੇ ਮਹਾਰਾਜ ਨੇ ਐਸੀ ਸਥਿਤੀ ਬਣਾਈ ਰੱਖੀ ਕਿ ਮਹਾਰਾਜ ਨੂੰ ਆਪ ਯੁੱਧ ਨਹੀਂ ਕਰਨਾ ਪਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੀ ਸ਼ਾਂਤੀ ਦਾ ਵੀ ਸੰਦੇਸ਼ ਦੇ ਰਹੇ ਨੇ। ਮਹਾਰਾਜ ਨੇ ਇਹ ਸ਼ਹੀਦੀ ਦਿੱਤੀ ਹੈ, ਸ਼ਾਂਤੀ ਵਾਸਤੇ ਹੀ ਦਿੱਤੀ ਨਾ। ਸ਼ਹੀਦੀ ਇੱਕ ਲਾਸਟ ਸਟੈਪ ਹੁੰਦਾ, ਚਰਮ ਸੀਮਾ ਸ਼ਾਂਤੀ ਦੀ, ਇਸ ਤੋਂ ਉੱਪਰ ਕੁਝ ਬਚਦਾ ਨਹੀਂ ਹੈ। ਪ੍ਰੇਮ ਦੀ ਬੋਲੀ ਬੋਲਦੇ ਬੋਲਦੇ ਮਹਾਰਾਜ ਨੇ ਸ਼ਹੀਦੀ ਦੇਤੀ, ਪਰ ਕਿਰਪਾਨ ਨੂੰ ਹਲੇ ਹੱਥ ਨਹੀਂ, ਦਸਤੇ ਨੂੰ ਹਲੇ ਹੱਥ ਨਹੀਂ ਪਾਇਆ ਮਹਾਰਾਜ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਵੇਂ ਆਂਦਾ ਦਾਰਾ ਸ਼ਿਕੋ, ਉਹ ਦੂਸਰੇ ਮੁਗਲ ਸ਼ਾਸਕ ਜਿਹੜੇ ਕਹਿੰਦੇ ਨੇ ਕਿ ਜ਼ੁਲਮ ਸ਼ਾਸਕ ਹੈ, ਉਹਨਾਂ ਦਾ ਲਾਲ ਆਇਆ ਹੈ, ਸ਼ਾਹਜਹਾਂ ਦਾ ਪੁੱਤਰ ਦਵਾ ਵਾਸਤੇ, ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਉਹਨੂੰ ਵੀ ਦਵਾ ਦਾਰੂ ਦਿੱਤੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੇ ਕੋਈ ਹੋਰ ਆਏ ਨੇ ਆਪਣੇ ਤਿਲਕ ਜੰਜੂ ਦੀ ਰਾਖੀ ਲਈ, ਮਹਾਰਾਜ ਨੇ ਉਹਨਾਂ ਨੂੰ ਵੀ ਟੇਕ ਦਿੱਤੀ ਹੈ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਦਿੱਲੀ ਆਉਂਦੇ ਨੇ, ਤੇ ਆ ਕੇ ਉਹਨਾਂ ਦੇ ਜਿਹੜਾ ਬਿਰਧ ਹੈਗਾ ਕਿ
श्री हर कृष्ण ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇ ਉਹ ਸਾਰੇ ਜਿਹੜੇ ਰੋਗੀ ਨੇ ਉਹਨਾਂ ਦਾ ਰੋਗ ਦੂਰ ਕਰਦੇ ਨੇ, ਸਰੀਰਕ ਰੋਗ ਦੂਰ ਕਰਦੇ ਨੇ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਦਿੱਲੀ ਆਉਂਦੇ ਨੇ ਤੇ ਜਿਹੜੇ ਮਨ ਦੇ ਰੋਗ ਲੱਗੇ ਹੋਏ ਨੇ, ਜਿਹੜੇ ਧਰਮ ਨੂੰ ਰੋਗ ਲੱਗ ਗਏ ਨੇ, ਜਿਹੜੇ ਇਸ ਆਤਮਾ ਨੂੰ ਕਲਪਾ ਰਹੇ ਨੇ ਕਿ ਅਸੀਂ ਕੁਝ ਆਪਣੀ ਮਰਜ਼ੀ ਨਾਲ ਕਰ ਨਹੀਂ ਸਕਦੇ, ਸਾਡੀ ਅਣਖ ਤੇ ਬਹਾਦਰੀ ਨੂੰ ਤੇ ਗੈਰਤ ਨੂੰ ਰੋਗ ਲੱਗ ਗਏ ਨੇ, ਮਹਾਰਾਜ ਉਹਨਾਂ ਰੋਗਾਂ ਦਾ ਨਿਵਾਰਨ ਕਰਦੇ ਨੇ। ਤੇ ਦਿੱਲੀ ਵਿੱਚ ਹੀ ਮਹਾਰਾਜ ਦਾ ਜਦੋਂ ਅਸੀਂ ਬਿਰਧ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰੈ ਕਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਤੇ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਮਹਾਰਾਜ, ਜਿੱਥੇ ਐਸੇ ਸਥਾਨ ਜਿੱਥੇ 24 ਘੰਟੇ ਜਿਹੜੇ ਲੁਕਾਈ ਹੈ ਉਹ ਆਪਣਾ ਮੱਥਾ ਹੈ ਉਹ ਰਗੜਦੀ ਰਹਿੰਦੀ ਹੈ ਕਿ ਮਹਾਰਾਜ ਅਗਰ ਪਹਿਲੇ ਇਹ ਚੀਜ਼ ਨਹੀਂ ਲਿਖੀ ਤੇ ਹੁਣ ਲਿਖ ਦਿਓ, ਜੇ ਮਹਾਰਾਜ ਪਹਿਲੇ ਬਰਕਤ ਨਹੀਂ ਲਿਖੀ ਹੁਣ ਲਿਖ ਦਿਓ, ਮਹਾਰਾਜ ਜੇ ਪਹਿਲੇ ਗਰੀਬੀ ਲਿਖੀ ਸੀ ਤੇ ਹੁਣ ਅਮੀਰੀ ਲਿਖ ਦਿਓ, ਘਰ ਬਰਕਤ ਦੇ ਦਿਓ, ਮਹਾਰਾਜ ਜੇ ਪਹਿਲੇ ਪੁੱਤਰ ਨਹੀਂ ਲਿਖਿਆ ਸੀ ਤੇ ਹੁਣ ਪੁੱਤਰ ਲਿਖ ਦਿਓ, ਜੇ ਮਹਾਰਾਜ ਪਹਿਲੇ ਭਗਤੀ ਨਹੀਂ ਲਿਖੀ ਸੀ ਤੇ ਹੁਣ ਭਗਤੀ ਲਿਖ ਦਿਓ। ਮਹਾਰਾਜ ਦੇ ਘਰ ਤੇ 9 ਦੇ 9 ਖਜ਼ਾਨੇ ਜਿਹੜੇ ਮੰਨੇ ਜਾਂਦੇ ਨੇ ਸਾਰੇ ਨੇ, ਐਸਾ ਬਿਰਧ ਮਹਾਰਾਜ ਦਾ। ਤੇ ਆਪ ਜਦੋਂ ਹੁਣ 9ਵੇਂ ਜਾਮੇ ਵਿੱਚ ਨੇ ਤੇ ਮਹਾਰਾਜ ਦੇ ਅੰਦਰ ਜਿਹੜੀ ਗੁਰੂ ਨਾਨਕ ਦੀ ਜੋਤ ਵਰਤ ਰਹੀ ਏ ਉਹ ਕਿੰਨੀ ਹੀ ਪ੍ਰਕਾਸ਼ਿਤ ਹੋ ਰਹੀ ਏ ਕਿ ਮਹਾਰਾਜ ਸਰਵ ਸਮਰੱਥ ਹੁੰਦੇ ਹੋਏ ਮਨ ਜਿਹੜਾ ਉਹ ਪੂਰਨ ਧੀਰਜ ਨਾਲ ਭਰਿਆ ਹੋਇਆ। ਇਹ ਮਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਇੱਕ ਮਨ ਦਾ ਕਹਿੰਦੇ ਨੇ ਰੋਮ ਦੇ ਅੰਦਰ ਨਾ ਧੀਰਜ ਕੁੱਟ ਕੁੱਟ ਕੇ ਭਰਿਆ ਹੋਇਆ। ਇਸ ਗੱਲ ਦੀ ਜਿਹੜੀ ਹੈ ਨਾ ਉਹ ਸੱਚਾਈ ਜਿਹੜੀ ਹੈ ਉਹ ਬਿਆਨ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਤੀ ਸੀ ਬਹੁਤ ਬਚਪਨ 'ਚ। ਜਦੋਂ ਮਾਤਾ ਨਾਨਕੀ ਜੀ ਨੇ ਪੁੱਛਿਆ ਨਾ ਕਿ ਬਈ ਤੁਹਾਡੇ ਹੋਰ ਵੀ ਲਾਲ ਨੇ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਤੁਸੀਂ ਉਹਨਾਂ ਨੂੰ ਵੀ ਪ੍ਰੇਮ ਕਰਦੇ ਹੋ ਪਰ ਤੇਗ ਬਹਾਦਰ ਨੂੰ ਕੁਝ ਵਧੇਰੇ ਪ੍ਰੇਮ ਕਰਦੇ ਹੋ। ਤੇ ਮਹਾਰਾਜ ਨੇ ਕਿਹਾ ਜਿਹੜਾ ਤੇਗ ਬਹਾਦਰ ਦਾ ਮਨ ਹੈ ਨਾ, ਜਿਹੜਾ ਤੇਗ ਬਹਾਦਰ ਦਾ ਅੰਦਰ ਹੈ ਉਹ ਧੀਰਜ ਨਾਲ ਭਰਿਆ ਹੋਇਆ ਹੈ। ਇੰਨਾ ਧੀਰਜਵਾਨ ਕੋਈ ਪਹਿਲੇ ਹੋਇਆ ਹੀ ਨਹੀਂ ਜਿੰਨਾ ਤੇਗ ਬਹਾਦਰ ਧੀਰਜਵਾਨ ਹੈ। ਤਾਂ ਹੀ ਤੇ ਮਹਾਰਾਜ ਨੇ ਸੋਚਿਆ ਕਿ ਵੀ ਮੈਂ ਤੇ ਆਪ ਧੀਰਜ ਧਾਰਨ ਕੀਤਾ ਹੋਇਆ ਕਿ ਮੈਂ ਸ਼ਹੀਦੀ ਦੇ ਦਾਂਗਾ, ਲੇਕਿਨ ਫਿਰ ਗੋਬਿੰਦ ਰਾਏ ਦੀ ਪਰਖ ਕੀਤੀ ਕਿ ਉਹਨਾਂ ਵਿੱਚ ਧੀਰਜ ਹੈ, ਉਹ ਕੀ ਜਾਣਦੇ ਨੇ ਮੇਰੇ ਬਾਰੇ। ਤੇ ਅੱਗੋਂ ਮਹਾਰਾਜ ਗੋਬਿੰਦ ਰਾਏ ਜੀ ਨੇ ਵੀ ਉੱਤਰ ਲਿਖ ਕੇ ਭੇਜਿਆ ਨਾ ਕਿ ਬਲ ਹੋਆ ਬੰਧਨ ਛੁੱਟੇ। ਮਹਾਰਾਜ ਨੇ ਇਹ ਜਾਣਿਆ ਸੀ ਕਿ ਭਈ ਧੀਰਜ ਗੋਬਿੰਦ ਰਾਏ ਵਿੱਚ ਕਿੰਨਾ ਹੁਣ ਪ੍ਰਗਟ ਹੋ ਚੁੱਕਿਆ ਹੈ। ਕਹਿੰਦੇ ਇੱਕ ਧੀਰਜਵਾਨ ਨੇ ਤੇ ਇਹ ਜਿਹੜਾ ਸਮਾਂ ਆਏਗਾ ਆਪਣੇ ਸਰੀਰ ਤੇ ਸਭ ਕੁਝ ਝੱਲ ਲੈਣਗੇ ਪਰ ਲੁਕਾਈ ਨੂੰ ਜ਼ੁਲਮ ਸਿਤਮ ਤੋਂ ਬਚਾ ਲੈਣਗੇ। ਫਿਰ ਮਹਾਰਾਜ ਕਹਿੰਦੇ ਇੱਕ ਵੱਡੀ ਗੱਲ ਕੀ ਹੈ, ਇਨਕੇ ਗ੍ਰਹਿ ਹੋਤ ਸੁਤ ਬਲਵੰਡ, ਜਿਹੜੇ ਇਹਨਾਂ ਦੇ ਘਰ ਜਿਹੜਾ ਪੁੱਤਰ ਹੋਏਗਾ ਉਹ ਇੰਨਾ ਪ੍ਰਕਰਮੀ ਹੋਏਗਾ ਕਿ ਉਹਦੇ ਵਰਗਾ ਪ੍ਰਕਰਮੀ ਕੋਈ ਦੁਨੀਆ ਤੇ ਸਾਨੀ ਹੀ ਨਹੀਂ ਹੋਏਗਾ। ਮਹਾਰਾਜ ਨੇ ਕਿਹਾ ਤਾਂ ਤੇਗ ਬਹਾਦਰ ਨੂੰ ਵਧੇਰੇ ਪਿਆਰ ਕਰਦੇ ਹਾਂ। ਐਸੇ ਮਹਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਅਸੀਂ ਜੀਵਨ ਦੇ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਦੀ ਸ਼ਹੀਦੀ ਜਿਹੜੀ ਹੁਣ ਨੇੜੇ। ਹੁਣ ਅਸੀਂ ਕਿੰਨੀਆਂ ਵੀ ਸਿਫਤਾਂ ਕਰਦੇ ਰਹੀਏ, ਆਪ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਅੱਖਰ ਮੁੱਕ ਜਾਣਗੇ ਕਿਉਂਕਿ ਸਾਡੀ ਵਿੱਦਿਆ ਦੀ ਇੱਕ ਸੀਮਾ ਹੈ, ਸਾਡੇ ਬੋਲਣ ਦੀ ਇੱਕ ਸੀਮਾ ਹੈ, ਸਾਡੇ ਜਾਣਨ ਦੀ ਇੱਕ ਸੀਮਾ ਹੈ, ਪਰ ਪਰਮਾਤਮਾ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ ਕੋਈ ਸੀਮਾ ਨਹੀਂ। ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਉਸ ਵਰਤਾਰੇ ਤੋਂ ਆਏ ਨੇ ਜਿੱਥੇ ਕੋਈ ਸੀਮਾ ਹੀ ਨਹੀਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਉਹ ਮਹਾਰਾਜ ਉਤੋਂ ਬੇਅੰਤ ਨੇ, ਉਹਨਾਂ ਦੀ ਬੇਅੰਤੀ ਸਿਫਤਾਂ ਨੇ, ਉਹਨਾਂ ਦੇ ਦਰ ਘਰ ਨੂੰ ਜਾਣਿਆ ਨਹੀਂ ਜਾ ਸਕਦਾ। ਤੇ ਮਹਾਰਾਜ ਕਿਰਪਾ ਕਰਨ ਸਾਨੂੰ ਐਸੀ ਬਖਸ਼ਿਸ਼ ਕਰਨ ਕਿ ਆਪਣੇ ਦਰ ਘਰ ਤੋਂ ਆਪਣੀਆਂ ਅਮੋਲਕ ਦਾਤਾਂ ਬਖਸ਼ਣ। ਹੁਣ ਮਹਾਰਾਜ ਦੀ ਉਹ ਰਾਤ ਚੱਲ ਰਹੀ ਹੈ ਜਿਸ ਰਾਤ ਅਸੀਂ ਦਰਸ਼ਨ ਕਰ ਰਹੇ ਹਾਂ ਕਿ ਮਹਾਰਾਜ ਨੇ ਭਾਈ ਜੈਤਾ ਜੀ ਨੂੰ ਆਪਣੀ ਜਿਹੜੀ ਹੈ ਉਹ ਸ਼ਹੀਦੀ ਦਾ ਭੇਦ ਸਮਝਾ ਦਿੱਤਾ ਤੇ ਮਹਾਰਾਜ ਨੇ ਹੁਣ ਸਵੇਰੇ ਜਿਹੜੀ ਹੈ ਸ਼ਹੀਦੀ ਦੇਣੀ ਹੈ। ਅਸੀਂ ਕੱਲ ਇਸ ਪ੍ਰਸੰਗ ਦੇ ਅੱਗੇ ਮਹਾਰਾਜ ਦੇ ਸ਼ਹੀਦੀ ਸਾਕੇ ਦੇ ਦਰਸ਼ਨ ਕਰਾਂਗੇ। ਕੱਲ ਸਾਰੀ ਸੰਗਤ ਨੇ ਹਾਜ਼ਰੀ ਭਰਨੀ ਕਿਉਂਕਿ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਜਿਹੜਾ ਅੰਤ ਹੁੰਦਾ ਦੋਨੋਂ ਹੀ ਬੜੀ ਮਹੱਤਵਪੂਰਨ ਹੁੰਦੇ ਨੇ। ਇੱਕ ਸ਼ੁਰੂਆਤ ਕੀਤੀ ਤੇ ਇੱਕ ਇੱਥੇ ਹੁਣ ਕੱਲ ਸ਼ਹੀਦੀ ਦੇ ਦਰਸ਼ਨ ਕਰਨੇ ਨੇ। ਇਹ ਅਸੀਂ ਥੋੜਾ ਜਲਦੀ ਤਾਂ ਚੱਲ ਰਹੇ ਹਾਂ। ਕੱਲ ਵੈਸੇ ਅਸੂਲਨ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਹੈ ਜਿਹੜੀ ਅਸੀਂ ਸਰਵਣ ਪਹਿਲੇ ਪਿਛਲੇ ਦਿਨਾਂ 'ਚ ਕਰ ਲਈ ਕਿ ਕਿਉਂਕਿ ਥੋੜੀ ਸੰਗਤ ਵਿੱਚ ਇਹ ਵਿਚਾਰ ਸੀ ਕਿ ਸੀਸ ਯਾਤਰਾ ਜੋ ਮਹਾਰਾਜ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਿਆ ਉਹ ਵੀ ਇਸ ਲੜੀ ਵਿੱਚ ਅਸੀਂ ਸਰਵਣ ਕਰ ਸਕੀਏ। ਤੇ ਮਹਾਰਾਜ ਕਿਰਪਾ ਕਰਨ ਆਪਣੇ ਦਰ ਘਰ ਤੋਂ ਬੇਅੰਤ ਬਖਸ਼ਿਸ਼ਾਂ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਬਖਸ਼ ਕੇ ਸਾਰੀ ਸੰਗਤ ਨੂੰ ਨਿਹਾਲ ਨਿਹਾਲ ਕਰਨ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਬਖਸ਼ਿਸ਼ ਕਰਨੀ।
झूलते निशान रहे पंत महाराज के, झूलते निशान रहे पंत महाराज के, सचते दीवान रहे गुरु महाराज के, सचते दीवान रहे गुरु महाराज के। वाहिगुरु जी का खालसा वाहिगुरु जी की फतेह।